ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 11ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ, ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਪਿੱਛੇ ਅਸੀਂ ਸੋਦਰ ਦੇ ਸਿਰਲੇਖ ਹੇਠ ਸੰਗ੍ਰਹਿ ਦੇ 5 ਸ਼ਬਦਾਂ ਬਾਰੇ ਜਾਣ ਚੁੱਕੇ ਹਾਂ। ਪਹਿਲੇ ਸ਼ਬਦ ਵਿੱਚ ਸੋਦਰ ਦਾ ਜ਼ਿਕਰ ਹੈ, ਦੂਜੇ ਅਤੇ ਤੀਜੇ ਸ਼ਬਦਾਂ ਵਿੱਚ ਸਿਫਤ ਸਲਾਹ ਅਤੇ ਨਾਮ ਦੀ ਮਹਿਮਾ। ਚੌਥੇ ਸ਼ਬਦ ਵਿੱਚ ਗੁਰੂ ਤੋਂ ਨਾਮ ਦੀ ਦਾਤ ਮੰਗੀ ਹੈ, ਰਾਮ ਨਾਮ ਦਾ ਪ੍ਰਕਾਸ਼ ਮੰਗਿਆ ਹੈ ਜੋ ਪ੍ਰਾਣਾ ਦਾ ਆਧਾਰ ਹੈ। ਚੰਗੇ ਭਾਗ ਹਨ ਕਿ ਹਰੀ ਦਾ ਜਸ ਹੀ ਸਾਡੀ ਰਹੋਰੀਤ ਹੈ, ਸਾਡੀ ਰਹਿਰਾਸ ਹੈ। ਲੇਕਿਨ ਮਾੜੀ ਦਸ਼ਾ ਹੈ ਜੇ ਹਰੀ ਨਾਮ ਵਿਸਰ ਗਿਆ ਹੈ ਅਤੇ ਸਤਸੰਗ ਵਿਛੜ ਗਿਆ ਹੈ। ਸਾਨੂੰ ਸਤਸੰਗ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਕਿਉਂਕਿ ਸਤਸੰਗ ਦੀ ਪ੍ਰਾਪਤੀ ਤੋਂ ਹੀ ਨਾਮ ਧਨ ਅਤੇ ਨਾਮ ਦਾ ਰਸ ਮਿਲਦਾ ਹੈ। ਇਸੇ ਤਰ੍ਹਾਂ 5ਵੇਂ ਸ਼ਬਦ ਵਿੱਚ ਰਿਜ਼ਕ ਲਈ ਸਿਦਕ ਅਤੇ ਨਾਮ ਲਈ ਉਦਮ ਦਾ ਉਪਦੇਸ਼ ਹੈ। ਹੁਣ ਅੱਗੇ ਵਾਹਿਗੁਰੂ ਜੀ ਦੀ ਮਹਿਮਾ ਅਤੇ ਚਰਨਾਂ ਵਿੱਚ ਅਰਦਾਸ ਜੋਦੜੀ ਦੇ ਭਾਵ ਨਾਲ ਭਰਪੂਰ ਸ਼ਬਦਾਂ ਦਾ ਨਵਾਂ ਸੰਗ੍ਰਹਿ ਸੋ ਪੁਰਖ ਦੇ ਸਿਰਲੇਖ ਹੇਠਾਂ ਸ਼ੁਰੂ ਹੁੰਦਾ ਹੈ, ਜਿਸ ਦੇ 4 ਸ਼ਬਦ ਹਨ। ਧਿਆਨ ਦੇਣ ਵਾਲੀ ਗੱਲ ਹੈ, ਸੋ ਪੁਰਖ ਦੇ ਸਿਰਲੇਖ ਦਾ ਪਹਿਲਾ ਸ਼ਬਦ ਮਹਿਲਾ ਚੌਥਾ ਦਾ ਹੈ, ਜਦਕਿ ਆਮ ਤੌਰ ਤੇ ਹਰ ਇੱਕ ਸੰਗ੍ਰਹਿ ਦੇ ਸ਼ਬਦ ਆਦਿਕ ਮਹਿਲਾ ਪਹਿਲਾ ਦੇ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ। ਤਾਂ ਹੁਣ ਮਹੱਲਾ ਚੌਥਾ ਦਾ ਇਹ ਸ਼ਬਦ ਸੁਣੋ। राग आसा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन, हर अगमा अगम पारा। सब त्यावे तुझ जी, हर सच्चे सिरजनहारा। सब जी तुम्हारे जी, तू जिया का दातारा। हर त्यावो संतो जी, सब दुख विसारण हारा। हर आपे ठाकुर हर आपे सेवक जी, क्या नानक जंत विचारा। पदार्थ सो ओह पुरख पुरुषेते इति पुरुषः, जो हर एक शरीर विच व्यापक है, पुरख। निरंजन निरअंजन, अंजन यानी कालख यानी माया का प्रभाव, जिस उत्ते माया का प्रभाव नहीं पै सकता, निरंजन। अगम अपहुँच, गम यानी पहुँच तो परे, अगम। अपारा अपार, जिसदा परला बनना ना लभ सके, यानी बेअंत। सब सारे जीव, जीव तो बहुवचन है जीव। दातारा राजक, दाता देण वाला। ठाकुर मालक। हुण अर्थ समझते हैं। वह परमात्मा सारे जीवां विच व्यापक है, फिर भी माया के प्रभाव तो उपर है। वह अपहुँच है अते बेअंत है। हे सदा कायम रहन वाले अते सब जीवां नूं पैदा करन वाले हरि, सारे जीव तैनूं सदा सिमरदे हन, तेरा ध्यान धरदे हन। हे प्रभु, सारे जीव तेरे ही पैदा किए हुए हन। तू ही सब जीवां दा राजक है, दाता देण वाला है, रिजक देण वाला है। हे संत जनों, उस परमात्मा दा ध्यान धरिया करो। वह सारे दुखों का नाश करन वाला है। वह सब जीवां विच व्यापक होण करके आप ही मालक है अते आप ही सेवक है। हे नानक, उस तो बिना जीव विचारे की हन। उस हरि तो वखरी जीवां दी कोई हस्ती नहीं। तू कट कट अंतर सर्व निरंतर जी, हर एक को पुरख समाना। एक दाते एक पेखारी जी, सब तेरे चोज विडाना। तू आपे दाता आपे भुगता जी, हो तू बिन अवर न जाना। तू पार ब्रह्म बेअंत बेअंत जी, तेरे क्या गुण आखो खाना। जो सेवे तुझ जी, जन नानक तिन कुर्बाना। पदार्थ घट यानी शरीर, अंतर अंदर विच, घट घट अंतर हर एक शरीर विच। सर्व सारे, निरंतर अंदर एक रस, सर्व निरंतर सारियां विच एक रस। अंतर यहाँ अंतर विथ है, दूरी। निरंतर विथ तो बिना एक रस। एको एक आप ही, एक इसे एक का दे पहला स्यारी, एक दा बहुवचन है यानी कई जीव। दाते यानी दानी, भिखारी मंगते, सब सारे, विडान आश्चर्य, चोज यानी कौतक तमाशे,
ਭੁਗਤਾ ਭੋਗਣ ਵਾਲਾ, ਵਰਤਣ ਵਾਲਾ, ਹਉ ਹਉ ਯਾਨੀ ਮੈਂ, ਆਖ ਕਹਿ ਕੇ, ਆਖ ਕੇ, ਵਖਾਣਾ ਮੈਂ ਬਿਆਨ ਕਰਾਂ, ਵਖਾਨ ਕਰਾਂ, ਸੇਵਹਿ ਸਿਮਰਦੇ ਹਨ ਜਨ ਨਾਨਕ, ਨਾਨਕ ਦਾਸ। ਅਰਥ, हे ਹਰੀ, ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ, ਤੂੰ ਸਾਰੇ ਜੀਵਾਂ ਵਿੱਚ ਇੱਕ ਰਸ ਮੌਜੂਦ ਹੈ, ਤੂੰ ਇੱਕ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ। ਫਿਰ ਵੀ ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ। ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਤੇਰੇ ਹੀ ਕੌਤਕ ਹਨ, ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਉਹਨਾਂ ਦਾਤਾਂ ਨੂੰ ਵਰਤਣ ਵਾਲਾ ਹੈ। ਸਾਰੀ ਸ੍ਰਿਸ਼ਟੀ ਵਿੱਚ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਛਾਣਦਾ, ਤੇ ਇੱਥੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਕੋਈ ਹੋਰ ਦਿਸਦਾ ਹੀ ਨਹੀਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਕੇ ਦੱਸਾਂ, ਤੂੰ ਬੇਅੰਤ ਪਾਰ ਬ੍ਰਹਮ ਹੈ। हे ਪ੍ਰਭੂ, ਜਿਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ, ਤੈਨੂੰ ਸਿਮਰਦੇ ਹਨ, ਤੇਰਾ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। हरते आवे तुझ जी, से जन जुग में सुखवासी, से मुक्त भये, जिन हर त्याया जी तिन टूटी जम की फांसी। जिन हर निर्भव त्याया जी, तिनका पौ सबवासी। जिन सेव्या मेरा हर जी, ते हर रूप समासी। से तन जिन हर त्याया जी, जन नानक तिन बल जासी। पद अर्थ, हर जी, हे प्रभु जी, ਧਿਆਵਹਿ ਸਿਮਰਦੇ ਹਨ, ਸੇ ਜਨ ਉਹ ਬੰਦੇ, ਜੁਗ ਮਹਿ ਜ਼ਿੰਦਗੀ ਵਿੱਚ ਸੁਖ ਵਾਸੀ, ਸੁਖ ਨਾਲ ਵਸਣ ਵਾਲੇ, ਮੁਕਤ ਮਾਇਆ ਦੇ ਬੰਧਨਾਂ ਤੋਂ ਆਜ਼ਾਦ, ਫਾਸੀ ਯਾਨੀ ਫਾਂਸੀ, ਫਾਹੀ, ਭਉ ਸਭ ਸਾਰਾ ਡਰ, ਗਵਾਸੀ ਦੂਰ ਕਰ ਦਿੰਦਾ ਹੈ, ਰੂਪ ਵਿੱਚ ਸਮਾਸੀ ਮਿਲ ਜਾਂਦੇ ਹਨ, ਧਨ ਭਾਗਾਂ ਵਾਲੇ, ਬਲ ਜਾਸੀ ਸਦਕੇ ਜਾਂਦਾ ਹਾਂ। ਅਰਥ, हे ਪ੍ਰਭੂ ਜੀ, ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ। ਜਿਨ੍ਹਾਂ ਮਨੁੱਖਾਂ ਨੇ ਹਰਿ ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ, ਅਰਥਾਤ ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ। ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿੱਚ ਹੀ ਲੀਨ ਹੋ ਗਏ ਹਨ। ਭਾਗਾਂ ਵਾਲੇ ਹਨ ਉਹ ਮਨੁੱਖ, ਧਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। तेरी भगत भंडार जी, भरे बेअंता। तेरे भगत सलाहन तुझी, हर अनेक अनंता। तेरी अनेक करे हर पूजा जी, तब तापे जपे बेअंता। तेरे अनेक पड़े बहु सिमृत सासत जी, कर क्रिया खट कर्म करंता। से भगत भले जन नानक जी, जो पावे मेरे हर भगवंता। पद अर्थ, भगत भंडार, भगती दे खजाने, ਭਗਤ ਭਗਤੀ ਕਰਨ ਵਾਲੇ, ਭਗਤ ਤੱਤੇ ਉੱਤੇ ਸਿਆਰੀ ਅਤੇ ਭਗਤ ਤੱਤਾ ਮੁਕਤਾ ਵਿੱਚ ਫਰਕ ਚੇਤੇ ਰੱਖਣ ਯੋਗ ਹੈ। ਅਨੇਕਾਂ ਤਪ, ਧੂਣੀਆਂ ਆਦਿਕ ਦਾ ਸਰੀਰ ਨੂੰ ਕਸ਼ਟ ਦੇਣਾ। ਸਮ੍ਰਿਤੀ ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ ਸਮ੍ਰਿਤੀਆਂ, ਇਹਨਾਂ ਦੀ ਗਿਣਤੀ 27 ਦੇ ਕਰੀਬ ਹੈ। ਸਾਸਤ ਹਿੰਦੂ ਧਰਮ ਦੇ ਫਲਸਫੇ ਦੀ ਪੁਸਤਕ ਜੋ ਗਿਣਤੀ ਵਿੱਚ 6 ਹਨ, ਜਿਵੇਂ ਕਿ ਸਾਂਖ, ਯੋਗ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤਾ। ਕਿਰਿਆ ਧਾਰਮਿਕ ਸੰਸਕਾਰ, ਖਟ 6 ਖਟ ਕਰਮ ਮਨੁ ਸਮ੍ਰਿਤੀ ਅਨੁਸਾਰ ਇਹ 6 ਕਰਮ ਇਉਂ ਹਨ: ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਜਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ, ਕਰਨਤਾ ਕਰਦੇ ਹਨ, ਭਾਵੇਂ ਚੰਗੇ ਲੱਗਦੇ ਹਨ। ਅਰਥ, हे ਪ੍ਰਭੂ, ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ। हे ਹਰੀ, ਅਨੇਕਾਂ ਅਤੇ ਬੇਅੰਤ ਤੇਰੇ ਭਗਤ ਤੇਰੀ ਸਿਫਤ ਸਲਾਹ ਕਰ ਰਹੇ ਹਨ। हे ਪ੍ਰਭੂ, ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ ਤੈਨੂੰ ਮਿਲਣ ਲਈ ਤਪ ਸਾਧਦੇ ਹਨ। ਤੇਰੇ ਅਨੇਕਾਂ ਸੇਵਕ ਕਈ ਸਮ੍ਰਿਤੀਆਂ ਅਤੇ ਸ਼ਾਸਤਰ ਪੜ੍ਹਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ 6 ਧਾਰਮਿਕ ਕਰਮ ਅਤੇ ਹੋਰ ਕਰਮ ਕਰਦੇ ਹਨ। हे ਦਾਸ ਨਾਨਕ,
ਉਹੀ ਭਗਤ ਭਲੇ ਹਨ। ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ, ਜੋ ਪਿਆਰੇ ਹਰੀ ਭਗਵੰਤ ਨੂੰ ਪਿਆਰੇ ਲੱਗਦੇ ਹਨ। तू आदपुरख परंपर करता जी, तू जे वडे वर न कोई, तू जुग जुग एको सदा सदा तू एको जी, तू नहीं चल करता सोई, तू दे आपे पावे सोई वर्ते जी, तू आपे करे सो होई, तू दे आपे सृष्ट सब उपाई जी, तू दापे सिरज सब होई। जन नानक गुण गावे करते के जी, जो सब से का जानोई। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸ਼ਬਦ ਦੇ ਅਖੀਰ ਵਿੱਚ 5 ਅਤੇ ਫਿਰ 1 ਲਿਖਿਆ ਹੈ। ਅੰਕ 5 ਦੱਸਦਾ ਹੈ ਕਿ ਇਸ ਸ਼ਬਦ ਦੇ 5 ਬੰਦ ਸਟੈਂਜਾਜ਼ ਹਨ। ਹਰ ਇੱਕ ਸਟੈਂਜਾਜ਼ ਵਿੱਚ 5-5 ਤੁਕਾਂ ਹਨ। ਇਹ ਆਪਾਂ ਨੂੰ ਦੇਖ ਲਿਆ ਹੈ। ਅਖੀਰਲੇ ਬੰਦ ਦੇ ਮੁੱਕਣ ਤੇ ਅੰਕ 5 ਦੇ ਨਾਲ ਇੱਕ ਹੋਰ ਅੰਕ 1 ਦਿੱਤਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸੋ ਪੁਰਖ ਦੇ ਸਿਰਲੇਖ ਦਾ ਇਹ ਇੱਕ ਨਵਾਂ ਸੰਗ੍ਰਹਿ ਹੈ, ਜਿਸ ਦਾ ਕਿ ਇਹ ਪਹਿਲਾ ਸ਼ਬਦ ਹੈ। ਪਦ ਅਰਥ ਆਦ ਯਾਨੀ ਮੁੱਢ, ਅਪਰੰਪਰ ਅਪਰੰਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾ ਲੱਭ ਸਕੇ ਯਾਨੀ ਕਿ ਬੇਅੰਤ। ਤੁਧ ਜੇਵੜ ਤੇਰੇ ਜਿੰਨਾ, ਤੇਰੇ ਜਿੱਡਾ ਵੱਡਾ, ਤੇਰੇ ਬਰਾਬਰ ਦਾ। ਅਵਰ ਹੋਰ, ਜੁਗ ਜੁਗ ਹਰੇਕ ਯੁੱਗ ਵਿੱਚ ਏਕੋ ਇੱਕ ਆਪ ਹੀ। ਨਿਹਚਲ ਨਾ ਹਿਲਣ ਵਾਲਾ ਯਾਨੀ ਅਟਲ। ਵਰਤੇ ਹੁੰਦਾ ਹੈ ਸੋ ਉਹ ਸਭ ਸਾਰੀ। ਉਪਾਈ ਪੈਦਾ ਕੀਤੀ, ਸਿਰਜ ਪੈਦਾ ਕਰਕੇ। ਆਪੇ ਆਪ ਹੀ। ਗੋਈ ਯਾਨੀ ਨਾਸ਼ ਕੀਤੀ। ਜਾਣੋਈ ਜਾਣਨ ਵਾਲਾ। ਸਬਸੇ ਕਾ ਹਰੇਕ ਦੇ ਦਿਲ ਦਾ। ਅਰਥ हे ਪ੍ਰਭੂ, ਤੂੰ ਸਾਰੇ ਜਗਤ ਦਾ ਮੂਲ ਹੈ, ਸਭ ਵਿੱਚ ਵਿਆਪਕ ਹੈ, ਬੇਅੰਤ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਤੂੰ ਹਰ ਇੱਕ ਯੁੱਗ ਵਿੱਚ ਇੱਕ ਆਪ ਹੀ ਹੈ। ਤੂੰ ਸਦਾ ਹੀ ਆਪ ਹੈ। ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਸਭ ਦਾ ਪੈਦਾ ਕਰਨ ਵਾਲਾ ਹੈ, ਸਭ ਦੀ ਸਾਰ ਲੈਣ ਵਾਲਾ ਹੈ। हे ਪ੍ਰਭੂ, ਜਗਤ ਵਿੱਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈ। हे ਪ੍ਰਭੂ, ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ਼ ਕਰਦਾ ਹੈ। ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ। ਹੁਣ ਅਗਲਾ ਸ਼ਬਦ ਵੀ ਮਹੱਲੇ ਚੌਥੇ ਦਾ ਹੈ। ਇਸ ਵਿੱਚ ਵੀ ਵਾਹਿਗੁਰੂ ਜੀ ਦੀ ਮਹਿਮਾ ਅਤੇ ਚਰਨਾਂ ਵਿੱਚ ਅਰਦਾਸ ਜੋਦੜੀ ਦੇ ਰਲਵੇਂ ਭਾਵ ਨਿਹਿਤ ਹਨ। आसा महला चौथा। तू करता सचियार मेंढा साई, जो तो पावे सोई थी सी, जो तू दे सोई हो पाई। रहाओ सब तेरी तू सबनी ते आया, जिसनो कृपा करे ते नाम रतन पाया। गुरमुख लाधा मन मुख गवाया, तू दाब बिछोड़िया आप मिलाया। तू दरियाओ सब तुझी माहे, तुझ बिन दूजा कोई ना है। जी जंत सब तेरा खेल, विजोग मिल विछड़िया संजोगी मेल। जिसनो तू जाना है सोई जन जाने, हर गुण सधी आँख बखाने। जिन हर सेव्या तिन सुपाया, सहजे ही हर नाम समाया। तू आपे करता तेरा किया सब होए, तुद बिंदु जावर न कोय। तू कर कर वेखे जाने सोए, जन नानक गुरमुख प्रगट होए। ਇੱਥੇ ਦੇਖੋ, ਇਸ ਸ਼ਬਦ ਦੇ 4 ਬੰਦ ਹਨ। ਅੰਕ ਨੰਬਰ 4 ਤੋਂ ਅਗਲਾ ਅੰਕ 2 ਦੱਸਦਾ ਹੈ ਕਿ ਸਿਰਲੇਖ ਸੋ ਪੁਰਖ ਦੀ ਲੜੀ ਵਿੱਚ ਇਹ ਦੂਜਾ ਸ਼ਬਦ ਹੈ। ਹੁਣ ਪਦਾਰਥ ਸਚਿਆਰ, ਸੱਚ ਆਲੇ, ਸਥਿਰਤਾ ਦਾ ਘਰ, ਸਦਾ ਸਥਿਰ ਕਾਇਮ ਰਹਿਣ ਵਾਲਾ ਸੱਚ ਆਲੇ। ਮੈਡਾ ਮੇਰਾ, ਸਾਈਂ ਖਸਮ ਮਾਲਕ, ਤਉ ਤੈਨੂੰ ਭਾਵੇਂ ਚੰਗਾ ਲੱਗਦਾ ਹੈ। ਥੀਸੀ ਹੋਵੇਗਾ, ਹਉ ਹਉ ਮੈਂ, ਪਾਈ ਪਾਈ ਮੈਂ ਪ੍ਰਾਪਤ ਕਰਦਾ ਹਾਂ। ਸਭ ਸਾਰੀ ਸ੍ਰਿਸ਼ਟੀ ਤੂੰ ਤੈਨੂੰ। ਤਿੰਨ ਉਸ ਮਨੁੱਖ ਨੇ। ਗੁਰਮੁਖ ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵੱਲ ਹੈ, ਜੋ ਗੁਰੂ ਦੇ ਹੁਕਮ ਚੱਲਦਾ ਹੈ। ਮਨਮੁਖ ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵੱਲ ਹੈ, ਜੋ ਆਪਣੇ ਮਨ ਦੇ ਹੁਕਮ ਵਿੱਚ ਚੱਲਦਾ ਹੈ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ। ਮਨਮੁਖ। ਮਾਹੇ ਵਿੱਚ ਸਭ ਸਾਰੇ। ਵਿਜੋਗ ਦੇ ਕਾਰਨ ਭਾਵ ਜਿਸ ਦੇ ਮੱਥੇ ਤੇ ਵਿਜੋਗ ਦਾ ਲੇਖ ਹੈ। ਮਿਲ ਕੇ ਮਨੁੱਖਾ ਸਰੀਰ ਪ੍ਰਾਪਤ ਕਰਕੇ। ਸੰਜੋਗੀ
ਸੰਜੋਗ ਦੇ ਲੇਖ ਦੇ ਨਾਲ ਮੇਲ ਯਾਨੀ ਮਿਲਾਪ। ਜਾਣਾ ਇਹ ਤੂੰ ਸਮਝ ਬਖਸ਼ਦਾ ਹੈ, ਜਾਣਾਉਂਦਾ ਹੈ। ਸੋਈ ਉਹੀ ਸਦ ਸਦਾ ਆਖ ਆਖ ਕੇ ਕਹਿ ਕੇ। ਸਹਿਜੇ ਸਹਿਜ ਯਾਨੀ ਆਤਮਕ ਅਡੋਲਤਾ ਵਿੱਚ। ਨਾਮ ਯਾਨੀ ਨਾਮ ਵਿੱਚ। ਆਪੇ ਆਪ ਹੀ। ਕੀਆ ਕੀਤਾ ਹੋਇਆ। ਸਭ ਹਰੇਕ ਕੰਮ। ਅਵਰ ਮਤਲਬ ਹੋਰ ਔਰ। ਵੇਖੇ ਸੰਭਾਲ ਕਰਦਾ ਹੈ, ਦੇਖਦਾ ਹੈ। ਸੋਏ ਸਾਰ। ਗੁਰਮੁਖ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਅਰਥ, हे ਪ੍ਰਭੂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈ। ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਤੂੰ ਹੀ ਮੇਰਾ ਖਸਮ ਹੈ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ। हे ਪ੍ਰਭੂ, ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ। ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਜਿਸ ਉੱਤੇ ਤੂੰ ਦਇਆ ਕਰਦਾ ਹੈ ਉਸੇ ਨੇ ਤੇਰਾ ਰਤਨ ਵਰਗਾ ਕੀਮਤੀ ਨਾਮ ਲੱਭਿਆ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸਨੇ ਇਹ ਰਤਨ ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ ਉਸਨੇ ਗਵਾ ਲਿਆ। ਪਰ ਕਿਸੇ ਜੀਵ ਦੇ ਕੀ ਵਸ। हे ਪ੍ਰਭੂ, ਜੀਵ ਨੂੰ ਤੂੰ ਆਪ ਹੀ ਆਪਣੇ ਨਾਲੋਂ ਵਿਛੋੜਦਾ ਹੈ ਤੇ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। हे ਪ੍ਰਭੂ, ਤੂੰ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ। ਸਾਰੇ ਜੀਵ ਤੇਰੇ ਵਿੱਚ ਹੀ ਮਾਨੋ ਲਹਿਰਾਂ ਹਨ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਸਾਰੇ ਜੀ ਜੰਤ ਤੇਰੀ ਰਚੀ ਹੋਈ ਖੇਡ ਹੈ। ਜਿਨ੍ਹਾਂ ਦੇ ਮੱਥੇ ਉੱਤੇ ਵਿਛੋੜੇ ਦਾ ਲੇਖ ਹੈ ਉਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੈਥੋਂ ਵਿਛੜੇ ਹੋਏ ਹਨ। ਪਰ ਤੇਰੀ ਰਜ਼ਾ ਅਨੁਸਾਰ ਸੰਜੋਗਾਂ ਦੇ ਲੇਖ ਨਾਲ ਫਿਰ ਤੇਰੇ ਨਾਲ ਮਿਲਾਪ ਹੋ ਜਾਂਦਾ ਹੈ। हे ਪ੍ਰਭੂ, ਜਿਸ ਮਨੁੱਖ ਨੂੰ ਤੂੰ ਆਪ ਸੋਝੀ ਬਖਸ਼ਦਾ ਹੈ ਉਹ ਮਨੁੱਖ ਜੀਵਨ ਦਾ ਸਹੀ ਰਾਸਤਾ ਸਮਝਦਾ ਹੈ। ਉਹ ਮਨੁੱਖ हे ਹਰੀ ਸਦਾ ਤੇਰੇ ਗੁਣ ਗਾਉਂਦਾ ਹੈ ਅਤੇ ਹੋਰਨਾਂ ਨੂੰ ਉਚਾਰ ਕੇ ਸੁਣਾਉਂਦਾ ਹੈ। हे ਭਾਈ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸਨੇ ਸੁਖ ਹਾਸਲ ਕੀਤਾ ਹੈ। ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਪ੍ਰਭੂ ਕੇ ਨਾਮ ਵਿੱਚ ਲੀਨ ਹੋ ਜਾਂਦਾ ਹੈ। हे ਪ੍ਰਭੂ, ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ। ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਜੀਵ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈ ਤੇ ਹਰੇਕ ਦੇ ਦਿਲ ਦੀ ਸਾਰ ਜਾਣਦਾ ਹੈ। हे ਦਾਸ ਨਾਨਕ, ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹਿ ਦਿਲੋਂ ਆਪ ਸਭ ਦਾ ਧੰਨਵਾਦ ਅਰਥ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ੂ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਆਪਣੇ ਵਿਚਾਰ ਸੁਝਾਅ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ। ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਦੇ ਹੋਏ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।